ਸੋਰਠ ਰਾਗ ਦੇ ਵਿੱਚ ਰਵਿਦਾਸ ਭਗਤ ਜੀ ਦੀ ਬਾਣੀ ਆ ਰਹੀ ਹੈ ਜੀ 657 ਪੇਜ 'ਤੇ। ਬਹੁਤ ਇੰਪੋਰਟੈਂਟ ਸ਼ਬਦ ਹੈ, ਬਹੁਤ ਕੁਝ ਸਿੱਖਣ ਨੂੰ ਮਿਲਦਾ ਇਹ ਤੋਂ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇਹ ਉਹ ਆਪਣੀ ਅਵਸਥਾ ਦੱਸ ਰਹੇ ਨੇ ਆਪਣੇ 'ਤੇ, ਸਾਰਾ ਕੁਛ ਨਾਲ ਕੁਛ ਐਗਜ਼ੈਂਪਲਾਂ ਦੇਣਗੇ। ਇਹ 'ਚ ਅਸਲੀ ਭੇਦ ਦੱਸਿਆ ਹੋਇਆ ਇਹਦੇ 'ਚ ਜ਼ਿੰਦਗੀ ਦਾ। ਕਹਿੰਦਾ ਵੀ ਜਦੋਂ ਅਸੀਂ ਹੁੰਦੇ ਹਾਂ, ਮੈਂ ਹਉਮੈ ਹੁੰਦੀ ਹੈ ਬੰਦੇ 'ਚ, ਫਿਰ ਪਰਮੇਸ਼ਰ ਨਹੀਂ ਹੁੰਦਾ, ਕਿਉਂਕਿ ਹਉਮੈ ਕਰਕੇ ਪਰਮੇਸ਼ਰ ਤੋਂ ਅਲੱਗ ਆ। ਜਦੋਂ ਹਉਮੈ ਖਤਮ ਹੋ ਗਈ ਫਿਰ ਪਰਮੇਸ਼ਰ ਹੀ ਹੋ ਗਿਆ, ਪਰਮੇਸ਼ਰ ਨਾਲ ਮਿਲ ਗਿਆ, ਜੋਤੀ ਜੋਤ ਹੋ ਗਿਆ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਉਹ ਆਪਣੀ ਗੱਲ ਦੱਸਦੇ ਨੇ ਵੀ ਜਦੋਂ ਅਸੀਂ ਹੁੰਦੇ ਹਾਂ ਜਾਂ ਮੈਂ ਹੁੰਦੀ ਆ, ਉਦੋਂ ਤੂੰ ਨਹੀਂ ਹੁੰਦਾ। ਜਦੋਂ ਹੁਣ ਤੂੰ ਹੀ ਆ, ਮੈਂ ਨਹੀਂ ਹੈਗਾ ਮੇਰੇ 'ਚ। ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ। ਅਨਲ ਅਗਮ ਬਹੁਤ ਭਿਆਨਕ ਹਵਾ, ਉਦਤ ਸਮੁੰਦਰ, ਲਹਿਰ ਵੀ ਸਮੁੰਦਰ 'ਚ ਲਹਿਰ ਬਹੁਤ ਭਿਆਨਕ ਹਵਾ ਕਰਕੇ ਸਮੁੰਦਰ 'ਚ ਲਹਿਰ ਉੱਠੀ ਹੋਈ ਆ, ਪਰ ਅਸਲ 'ਚ ਉਹ ਲਹਿਰ ਨਹੀਂ ਹੈਗੀ। ਆਪਾਂ ਦੇਖਣ ਨੂੰ ਤਾਂ ਲਹਿਰ ਆ, ਪਰ ਉਹ ਜਲ ਕੇਵਲ ਪਾਣੀ ਦੇ ਵਿੱਚ ਪਾਣੀ ਹੀ ਉਛਲਿਆ ਹੋਇਆ। ਜੇ ਬੇਸਿਕਲੀ ਆਪਾਂ ਦੇਖੀਏ ਵੀ ਉਹ ਲਹਿਰ ਦਾ ਮੂਲ ਕੀ ਹੈ, ਤਾਂ ਪਾਣੀ ਆ। ਇਹ ਗੁਰੂ ਗੋਬਿੰਦ ਸਿੰਘ ਜੀ ਵੀ ਲਿਖਦੇ ਨੇ ਇਹ, ਹਰ ਜਨ ਹਰ ਦੋਈ ਏਕ ਹੈ, ਬਿਬ ਚਾਰ ਕਛ ਨਾਹੇ, ਜਲ ਤੇ ਉਪਜੀ ਤਰੰਗ ਜਿਉ ਜਲ ਹੀ ਵਿਖੇ ਸਮਾਏ। ਵੀ ਇੱਕ ਜਿਵੇਂ ਇੱਕ ਸੰਸਾਰੀ ਬੋਲੀ 'ਚ ਐਗਜ਼ੈਂਪਲ ਦਿੱਤੀ ਹੋਈ ਆ, ਅਸਲੀਅਤ ਐਵੇਂ ਨਹੀਂ ਹੈਗੀ ਪਰ ਐਗਜ਼ੈਂਪਲ ਆ। ਵੀ ਜਿਵੇਂ ਪਾਣੀ ਵਿੱਚੋਂ ਲਹਿਰ ਉੱਠਦੀ ਆ, ਪਰ ਹੁੰਦੀ ਉਹ ਪਾਣੀ ਹੋਈ ਆ, ਸਾਨੂੰ ਲਹਿਰ ਦਿੰਦੀ ਆ। ਉਸੇ ਤਰ੍ਹਾਂ ਇਹ ਮਨ ਉੱਠਿਆ ਹੋਇਆ ਪਰਮੇਸ਼ਰ ਦੇ ਵਿੱਚੋਂ। ਮਨ ਲਹਿਰ ਆ, ਪਰਮੇਸ਼ਰ ਪਾਣੀ ਆ। ਮਤਲਬ ਜਦੋਂ ਮਨ ਲਹਿਰ ਸੈੱਟ ਹੋ ਗਈ, ਹਵਾ ਬੰਦ ਹੋ ਗਈ ਅਤੇ ਲਹਿਰ ਸੈੱਟ ਹੋ ਗਈ, ਫਿਰ ਪਾਣੀ ਉਹ ਰਹਿ ਗਿਆ, ਪਰਮੇਸ਼ਰ ਹੀ ਰਹਿ ਗਿਆ। ਇਹ ਮਨ ਇੱਛਾਵਾਂ ਕਰਕੇ ਉੱਠਿਆ ਹੋਇਆ, ਅਗਿਆਨਤਾ ਕਰਕੇ ਉੱਠਿਆ ਹੀ ਰਹਿੰਦਾ। ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ, ਲੋੜਾਂ ਪੂਰੀਆਂ ਕਰਨ ਲਈ ਸੰਸਾਰ ਨੂੰ ਆਪਣਾ ਮੰਨ ਲਿਆ, ਸਰੀਰ ਨੂੰ ਆਪਣਾ ਮੰਨ ਲਿਆ, ਐਵੇਂ ਦੇ ਭਰਮਾਂ ਦੇ ਵਿੱਚ ਫਿਰਦਾ ਰਹਿੰਦਾ। ਪਰ ਅਸਲ 'ਚ ਜਲ ਕੇਵਲ ਜਲ ਮਾਹੀ ਆ। ਮਾਧਵੇ ਪਰਮੇਸ਼ਰ ਦਾ ਨਾਂ ਲੈ ਕੇ ਕਹਿ ਰਹੇ ਨੇ ਵੀ ਮਾਧਵੇ ਹੁਣ ਮੈਂ ਕਿਆ ਕਹੀਏ ਭ੍ਰਮ ਐਸਾ, ਵੀ ਮੈਂ ਹੁਣ ਕੀ ਕਹਾਂ। ਵੀ ਜਦੋਂ ਉਹਨੂੰ ਸਮਝ ਆ ਗਈ ਭਰਮ ਦੀ ਵੀ ਕਿਵੇਂ ਦਾ ਭਰਮ ਆ, ਐਸਾ ਇਹੋ ਜਿਹਾ ਅਜੀਬ ਭਰਮ ਆ, ਜੈਸਾ ਮਾਨੀਏ ਹੋਏ ਨਾ ਤੈਸਾ। ਵੀ ਜਿਵੇਂ ਦਾ ਅਸੀਂ ਮੰਨ ਰਹੇ ਹਾਂ ਜਾਂ ਮੈਂ ਪਹਿਲਾਂ ਮੰਨਦਾ ਸੀਗਾ, ਉਵੇਂ ਦਾ ਹੋਏ ਨਾ ਤੈਸਾ, ਉਹ ਜਿਹਾ ਹੋ ਨਹੀਂ ਰਿਹਾ, ਹੁੰਦਾ ਨਹੀਂ ਗਾ ਜਿਵੇਂ ਦਾ ਅਸੀਂ ਇਹ ਮੰਨਦੇ ਹਾਂ। ਸਾਡਾ ਸਰੀਰ, ਸਾਡਾ ਸਮਾਜ, ਪਰਿਵਾਰ, ਪੈਸਾ, ਵਡਿਆਈ, ਸਾਰਾ ਕੁਛ। ਰਾਹੋ ਤੋਂ ਬਾਅਦ ਐਗਜ਼ੈਂਪਲ ਦੇਣਗੇ। ਇੱਕ ਨਰਪਤੀ ਏਕ ਸਿੰਘਾਸਣੀ ਸੋਇਆ, ਸੁਪਨੇ ਭਿਆ ਭਿਖਾਰੀ। ਭਿਆਮੀ ਹੋ ਗਿਆ ਸਿੰਘਾਸਨ ਤੇ ਨਰਪਤ ਇੱਕ ਰਾਜਾ। ਨਰਪਤੀ ਰਾਜੇ ਨੂੰ ਕਹਿੰਦੇ ਨੇ, ਨਰਾਂ ਦਾ ਪਤੀ। ਨਰਪਤੀ ਇੱਕ ਸਿੰਘਾਸਣੀ ਸੋਇਆ, ਜਿਵੇਂ ਕਹਿ ਲਓ ਕਿ ਕੋਈ ਰਾਜਾ ਹੋਵੇ, ਉਹ ਸਿੰਘਾਸਨ 'ਤੇ ਬੈਠਾ ਸੌਂ ਗਿਆ ਅਤੇ ਸੁਪਨੇ ਪਿਆ ਭਿਖਾਰੀ। ਸੁਪਨੇ ਕਰਕੇ, ਸੁਪਨੇ 'ਚ ਉਹਨੂੰ ਸੁਪਨਾ ਆ ਗਿਆ ਵੀ ਮੈਂ ਭਿਖਾਰੀ ਹਾਂ। ਇਹ ਐਗਜ਼ੈਂਪਲ ਦੇ ਰਹੇ ਨੇ ਆਪਣੇ ਮਨੁੱਖਾ ਜੀਵਨ ਦੀ, ਜਾਂ ਇਹ ਜੀਵਨ ਦੀ, ਵੀ ਅਸੀਂ ਇਹ ਸਰੀਰ ਦੇ ਵਿੱਚ ਆਤਮਾ, ਜੀਵ ਆਤਮਾ ਜਾਂ ਆਤਮਾ ਸਰੀਰ ਦੇ ਵਿੱਚ, ਅਸਲ 'ਚ ਉਹ ਆਤਮਾ ਰਾਜਾ, ਉਹਦੇ ਕੋਲ ਸਭ ਕੁਛ ਆ, ਉਹ ਸਭ ਸ਼ਕਤੀਆਂ ਨੇ ਉਹਦੇ ਕੋਲ, ਪਰ ਉਹ ਭਰਮ ਕਰਕੇ ਇੱਕ ਸੁਪਨੇ ਵਾਕਰੇ ਜੀਵਨ ਜਿਉ ਰਹੀ ਆ। ਇਸ ਜੀਵਨ ਨੂੰ ਉਹ ਸੱਚ ਮੰਨ ਰਹੀ ਆ, ਪਰ ਹੈ ਇਹ ਸੁਪਨਾ। ਇਹ ਸਰੀਰ ਨੂੰ ਆਪਣੇ ਨੂੰ ਸੱਚ ਮੰਨ ਰਹੀ ਆ, ਇਹਦੀਆਂ ਲੋੜਾਂ ਪੂਰੀਆਂ ਕਰਨ 'ਚ ਲੱਗੀ ਹੋਈ ਆ, ਪਰ ਅਸਲ ਦੇ ਵਿੱਚ ਉਹ ਰਾਜਾ ਕੋਲ ਉਹਦੀ ਜ਼ਿੰਦਗੀ ਅਸਲੀ ਹੋਰ ਆ। ਅਛਤ ਰਾਜ ਦੇ ਹੁੰਦਿਆਂ ਹੋਇਆਂ ਬਿਛਰਤ ਦੁੱਖ ਪਾਇਆ, ਵਿਛੜ ਕੇ ਦੁੱਖ ਪਾ ਲਿਆ, ਸੋ ਗਤੀ ਭਈ ਹਮਾਰੀ। ਉਹੀ ਹਾਲ ਸਾਡਾ ਕਹਿੰਦੇ ਹੋਇਆ। ਇਹ ਐਗਜ਼ੈਂਪਲ ਮੰਗੂ। ਰਾਜ ਭਿਅੰਗ ਪ੍ਰਸੰਗ ਜੈਸੇ ਹੈ, ਅਬ ਕਛੁ ਮਰਮ ਜਨਾਇਆ। ਇਹ ਵੇਦਾਂਤੀ ਜਾਂ ਜਿਹੜੇ ਵਿਵੇਕਾਨੰਦ ਦੇ ਵਾਲੇ ਉਹ ਨੇ, ਪਹਿਰਾਵਾ ਜਿਹਾ ਪਾ ਕੇ ਉਪਦੇਸ਼ ਦੇ ਦਿੰਦੇ ਨੇ ਵੇਦਾਂਤੀ, ਉਹ ਜ਼ਿਆਦਾਤਰ ਇਹ ਜਿਹੇ ਐਗਜ਼ੈਂਪਲਾਂ ਦਿੰਦੇ ਹੁੰਦੇ ਨੇ। ਉਸ ਸਮੇਂ ਸਮਾਜ ਦੇ ਵਿੱਚ ਇਹ ਐਗਜ਼ੈਂਪਲਾਂ ਦਿੰਦੇ ਹੋਣਗੇ ਧਾਰਮਿਕ ਲੋਕ ਵੀ, ਐਵੇਂ ਕਰਕੇ ਹੁੰਦਾ ਇਸ ਵੀ। ਉਹ ਕਹਿੰਦੇ ਵੀ ਜਿਹੜੀਆਂ ਐਗਜ਼ੈਂਪਲਾਂ ਦੇ ਰਹੇ ਸੀਗੇ, ਮੈਨੂੰ ਹੁਣ ਸਮਝ ਆਇਆ। ਅਬ ਕਛੁ ਮਰਮ ਜਨਾਇਆ, ਮੈਨੂੰ ਹੁਣ ਸਮਝ ਆਈਆਂ ਨੇ ਇਹ ਗੱਲਾਂ, ਵੀ ਰਾਜਾ ਸਿੰਘਾਸਨ 'ਤੇ ਕਿਵੇਂ ਬੈਠਾ ਸੌਂ ਗਿਆ, ਅਤੇ ਭਿਅੰਗ ਹੁੰਦਾ ਸੱਪ, ਰਾਜ ਹੁੰਦੀ ਆ ਰੱਸੀ। ਵੈਸੇ ਰਜੂ ਕਹਿੰਦੇ ਨੇ ਰੱਸੀ ਨੂੰ, ਉਹਦੇ ਰਿਲੇਟਡ ਨਾਲ ਦੀ ਮਿਲਦਾ ਜੁਲਦਾ ਸ਼ਬਦ ਆ।
ਵੀ ਰੱਸੀ ਪਈ ਆ ਰਸਤੇ ਦੇ ਵਿੱਚ, ਸਾਨੂੰ ਭੁਲੇਖੇ ਨਾਲ ਉਹ ਸੱਪ ਨਜ਼ਰ ਆ ਰਹੀ ਆ। ਸਾਡੀ ਅਗਿਆਨਤਾ ਕਰਕੇ ਸਾਨੂੰ ਪਤਾ ਨਹੀਂ ਉਹ ਰੱਸੀ ਆ। ਇਸੇ ਤਰ੍ਹਾਂ ਇਹ ਜੀਵਨ ਸਾਨੂੰ ਅਸਲੀ ਨਜ਼ਰ ਆ ਰਿਹਾ, ਇਹ ਸਾਰਾ ਕੁਝ ਸਾਨੂੰ ਆਪਣਾ ਨਜ਼ਰ ਆ ਰਿਹਾ ਅਗਿਆਨਤਾ ਕਰਕੇ, ਕਿਉਂਕਿ ਸਾਨੂੰ ਅਸਲੀਅਤ ਦਾ ਨਹੀਂ ਪਤਾ। ਇਹ ਐਗਜ਼ੈਂਪਲ ਤਾਂ ਹੁਣ ਸਮਝ ਆਇਆ, ਕਹਿੰਦੇ ਮੈਨੂੰ ਇਹ ਦੋ ਤਿੰਨ ਐਗਜ਼ੈਂਪਲਾਂ ਸੀ ਜਿਹੜੀਆਂ ਅਨੇਕਾਂ ਕਟਕ ਮੈਂ ਕੰਗਣ ਜੈਸੇ ਭੁੱਲ ਪਰੇ, ਅਨੇਕ ਕਟਕ ਜੈਸੇ ਭੁੱਲ ਪਰੇ ਉਹ ਕਹਿਣਾ ਆਇਆ। ਕਹਿੰਦੇ ਅਨੇਕਾਂ ਕੰਗਣ ਜਿਵੇਂ ਭੁੱਲ ਗਏ ਹੁਣ ਆਪਣੀ ਅਸਲੀਅਤ ਨੂੰ, ਹੁਣ ਮੈਨੂੰ ਕਹਿੰਦੇ ਨੂੰ ਮੇਰੇ ਤੋਂ ਕਹਿ ਨਹੀਂ ਹੁੰਦਾ, ਮੈਂ ਕਿਵੇਂ ਕਹਿ ਕੇ ਦੱਸਾਂ। ਮਤਲਬ ਜਿਹੜਾ ਕੰਗਣ ਹੁੰਦਾ ਉਹ ਸੁਨਿਆਰੇ ਨੇ ਢਾਲ ਕੇ ਗੋਲ ਸ਼ੇਪ 'ਚ ਕੰਗਣ ਬਣਾਤਾ, ਹੁਣ ਉਹਦਾ ਨਾਮ ਕੰਗਣ ਵੱਜਦਾ, ਉਹਦੀ ਆਈਡੈਂਟੀਟੀ ਕੰਗਣ ਆ। ਪਰ ਅਸਲ ਦੇ ਵਿੱਚ ਉਹ ਪਹਿਲਾਂ ਸੋਨਾ ਸੀਗਾ, ਧਰਤੀ ਹੇਠੋਂ ਕੱਢਿਆ ਸੀਗਾ, ਚਟਾਨ 'ਚੋਂ ਜਾਂ ਕਿਸੇ 'ਚੋਂ ਉਹਨੂੰ ਇਕੱਠਾ ਕਰਕੇ, ਉਹਨਾਂ ਕਈ ਕਿਣਕਿਆਂ ਨੂੰ ਇਕੱਠਾ ਕਰਕੇ ਸੋਨੇ ਦੀ ਡਲੀ ਬਣਾਈ ਹੋਣੀ ਆ, ਜਾਂ ਉਹ ਕਿਣਕੇ ਵੀ ਕਹਿ ਸਕਦੇ ਹੋ ਸੋਨੀ ਆ। ਉਹਦੀ ਆਈਡੈਂਟੀਟੀ ਅਸਲ 'ਚ ਸੋਨਾ, ਪਰ ਉਹਦੀ ਸ਼ੇਪ ਬਣ ਗਈ ਗੋਲ, ਸੁਨਿਆਰੇ ਨੇ ਢਾਲਤਾ ਉਹਨੂੰ ਅਤੇ ਹੁਣ ਉਹ ਕੰਗਣ ਵੱਜਦਾ। ਪਰ ਉਹ ਕੰਗਣ ਭੁੱਲ ਗਿਆ ਵੀ ਮੈਂ ਸੋਨਾ, ਮੇਰਾ ਮੂਲ, ਮੇਰਾ ਬੇਸ ਸੋਨਾ। ਉਹੀ ਐਗਜ਼ੈਂਪਲ ਦੇ ਨੇ ਅਨੇਕ ਕਟਕ ਜੈਸੇ ਭੁੱਲ ਪਰੇ। ਇਹ ਮਨੁੱਖਾ ਸਰੀਰ 'ਤੇ ਆ ਵੀ ਆਤਮਾ ਭੁੱਲ ਗਈ, ਉਹਦਾ ਬੇਸ ਪ੍ਰਭ ਆ, ਮਨ ਭੁੱਲ ਗਿਆ ਉਹਦਾ ਬੇਸ, ਉਹਦਾ ਮੂਲ ਪ੍ਰਭ ਆ। ਸਰੀਰ ਇੱਕ ਕੰਗਣ ਰੂਪ, ਇੱਕ ਉਹਨੇ ਆਕਾਰ ਬਣਾ ਲਿਆ, ਉਹਨੂੰ ਹੀ ਆਪਣਾ ਆਈਡੈਂਟੀਟੀ ਕ੍ਰੀਏਟ ਹੋ ਗਈ, ਉਹੀ ਆਈਡੈਂਟੀਟੀ ਨੂੰ ਅਸਲੀ ਮੰਨ ਰਹੀ ਆ, ਆਪਣਾ ਮੂਲ ਭੁੱਲ ਗਈ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗ ਵੈ ਸੋਈ। ਅਨੇਕਾਂ ਕਿਸਮਾਂ 'ਚ ਉਹ ਤਬਦੀਲ ਹੋਇਆ ਪ੍ਰਭ ਪਰਮੇਸ਼ਰ, ਦਰਖਤਾਂ, ਪਸ਼ੂਆਂ, ਪੰਛੀਆਂ, ਮਨੁੱਖ, ਐਵੇਂ ਤੇ ਅਨੇਕਾਂ 'ਚ। ਸਰਬੇ ਇੱਕੋ, ਸਾਰਿਆਂ 'ਚ ਇੱਕੋ ਹੀ, ਅਨੇਕਾਂ ਕਿਸਮ ਦੇ ਤਰ੍ਹਾਂ ਦੇ ਜੀਵਨ ਦੇ ਵਿੱਚ ਉਹ ਸੁਆਮੀ ਆਪ ਹੀ ਸਾਰੇ ਹਿਰਦੇ ਆਪ ਹੀ ਭੋਗ ਰਿਹਾ। ਕਹਿ ਰਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋਈ। ਰਵਿਦਾਸ ਕਹਿੰਦਾ ਵੀ ਜਿਸ ਤਰ੍ਹਾਂ ਸਾਡਾ ਹੱਥ ਨੇੜੇ ਆ, ਪਰਮੇਸ਼ਰ ਵੀ ਸਾਨੂੰ ਉਵੇਂ ਹੀ ਆ, ਸਾਡੀ ਅਸਲੀਅਤ ਵੀ ਸਾਨੂੰ ਉਨੀ ਉਹ ਨੇੜੇ ਆ। ਪਰ ਸਹਿਜੇ ਦੇ ਵਿੱਚ, ਸਹਿਜ ਅਵਸਥਾ ਹੁੰਦੀ ਆ ਨਿਊਟਰਲ, ਜਦੋਂ ਹੰਕਾਰ ਹਉਮੈ ਮਨ ਦੀ ਉਤਰ ਗਈ ਬਿਲਕੁਲ, ਤਾਂ ਉਹ ਸਹਿਜ ਅਵਸਥਾ ਦੇ ਵਿੱਚ ਹੁੰਦਾ। ਜਿਸ ਤਰ੍ਹਾਂ ਇਹ ਸਾਰੇ ਸ਼ਬਦ ਦੇ ਵਿੱਚ ਬਹੁਤ ਇੰਪੋਰਟੈਂਟ ਗੱਲਾਂ ਆ ਰਹੀਆਂ ਨੇ। ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਵਿਵੇਕੇ। ਵੀ ਮਨੁੱਖਾ ਜਨਮ ਦੁਰਲਭ, ਪੁੰਨ ਮਿਲਿਆ ਆਪਾਂ ਨੂੰ ਇੱਕ ਕਿਸਮ ਦਾ, ਪਰ ਬਿਰਥਾ ਜਾ ਰਿਹਾ ਅਵਿਵੇਕ 'ਚ। ਵਿਵੇਕ ਨਹੀਂ ਵਰਤ ਰਹੇ ਅਸੀਂ, ਵਿਵੇਕ ਵਿਚਾਰ ਕਰਕੇ ਅਸਲੀਅਤ ਨਹੀਂ ਜਾਣ ਰਹੇ, ਅਵਿਵੇਕ 'ਚ ਹੋਰ ਸੰਸਾਰੀ ਗੱਲਾਂ 'ਚ ਪੁਰਥਾ। ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਬਿਨ ਹਰੀ ਭਗਤੀ ਕਹੋ ਕੇ ਲੇਖੇ। ਕਹਿੰਦੇ ਰਾਜੇ ਇੰਦਰ ਦੇ ਬਰਾਬਰ ਦਾ ਵੀ ਕਿਸੇ ਦਾ ਆਸਣ ਹੋਵੇ, ਬਹੁਤ ਵੱਡਾ ਰਾਜਾ ਹੋਵੇ, ਪਰ ਹਰੀ ਦੀ ਭਗਤੀ ਬਿਨਾਂ ਉਹ ਕੀ ਕੰਮ। ਅਡਾਨੀ ਅਬਾਨੀ ਹੋਣੀ, ਜਿੰਨੇ ਮਰਜ਼ੀ ਅਮੀਰ ਹੋਣ, ਪਰ ਬਿਨ ਹਰੀ ਭਗਤੀ ਬਿਨਾਂ ਉਹ ਕੀ ਕੰਮ ਦੇ ਨੇ, ਸਾਰਾ ਪੈਸਾ ਇੱਥੇ ਰਹਿ ਜਾਣਾ। ਇੰਦਰੀ ਸਬਲ ਨਿਬਲ ਵਿਵੇਕ ਬੁੱਧੀ, ਪਰਮਾਰਥ ਪਰਮੇਸ਼ ਨਹੀਂ। ਇੰਦਰੀ ਸਰੀਰ ਵੱਲ ਧਿਆਨ ਆ ਆਪਣਾ, ਅਤੇ ਸਰੀਰ ਦੇ ਧਿਆਨ ਸਬਲ ਆ, ਅਤੇ ਵਿਵੇਕ ਬੁੱਧੀ ਨਿਬਲ ਆ। ਵਿਵੇਕ ਬੁੱਧੀ ਵੱਲ ਧਿਆਨ ਘਟਿਆ ਹੋਇਆ ਅਤੇ ਸਰੀਰ ਵੱਲ ਧਿਆਨ ਵਧਿਆ ਹੋਇਆ। ਇਸ ਤਰ੍ਹਾਂ ਪਰਮਾਰਥ ਪ੍ਰਵੇਸ਼ ਨਹੀਂ ਹੋ ਸਕਦੇ। ਇਸ ਕਰਕੇ ਸਾਰਾ ਸੰਸਾਰ ਹੁਣ ਸਵਾਰਥੀ ਹੋ ਰਿਹਾ, ਅਸੀਂ ਸਾਰੇ ਸਵਾਰਥੀ ਹੋ ਰਹੇ ਹਾਂ, ਇੱਕ ਨਿਘਾਰ ਵੱਲ ਜਾ ਰਿਹਾ ਸੰਸਾਰ, ਕਿਉਂਕਿ ਨਾ ਕੋਈ ਇਹੋ ਜਿਹੀਆਂ ਸਿੱਖਿਆਵਾਂ ਦੇਣ ਵਾਲਾ, ਜੇ ਸਿੱਖਿਆਵਾਂ ਹੈਗੀਆਂ ਵੀ ਨੇ ਤਾਂ ਉਹਨਾਂ ਨੂੰ ਕੋਈ ਸਮਝ ਨਹੀਂ ਰਿਹਾ। ਜਿਹੜਾ ਇੰਦਰੀ ਦਾ ਬਲ ਆ ਉਹ ਨਿਬਲ ਹੋਣਾ ਚਾਹੀਦਾ, ਅਤੇ ਵਿਵੇਕ ਬੁੱਧੀ ਦਾ ਬਲ ਸਬਲ ਹੋਣਾ ਚਾਹੀਦਾ, ਤਾਂ ਪਰਮਾਰਥ ਪ੍ਰਵੇਸ਼ ਹੋਊਗਾ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਆ ਰਹੀਆਂ ਨੇ।